ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਭਗਤ ਸੂਰਦਾਸ ਜੀ। ਸੂਰਦਾਸ ਨਾਮ ਦੇ ਦੋ ਪ੍ਰਸਿੱਧ ਕਵੀ ਹੋਏ ਹਨ। ਇੱਕ ਤਾਂ ਸੂਰ ਸਾਰਾਵਲੀ ਸਾਹਿਤਿਆ ਲਹਿਰੀ ਆਦਿ ਗ੍ਰੰਥਾਂ ਦੇ ਕਰਤਾ ਹਨ। ਇਹਨਾਂ ਦਾ ਸਮਾਂ 1540 ਤੋਂ 1620 ਬਿਕਰਮੀ ਤੱਕ ਦਾ ਮੰਨਿਆ ਜਾਂਦਾ ਹੈ। ਪਰ ਜਿਨ੍ਹਾਂ ਦੀ ਬਾਣੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਉਹਨਾਂ ਦਾ ਵੇਰਵਾ ਵਿਦਵਾਨਾਂ ਦੀ ਪੜਚੋਲ ਅਨੁਸਾਰ ਇਸ ਤਰ੍ਹਾਂ ਹੈ ਕਿ ਇਹਨਾਂ ਦਾ ਪਹਿਲਾ ਨਾਮ ਮਦਨ ਮੋਹਨ ਸੀ, ਪਰ ਪ੍ਰਚਲਿਤ ਨਾਮ ਭਗਤ ਸੂਰਦਾਸ ਹੋਇਆ। ਪਿਤਾ ਜੀ ਦਾ ਨਾਮ ਪੰਡਤ ਰਵਿਦਾਸ ਜੀ ਕਰਕੇ ਮੰਨਿਆ ਜਾਂਦਾ ਹੈ। 1529 ਈਸਵੀ ਨੂੰ ਇਹਨਾਂ ਦਾ ਜਨਮ ਹੋਇਆ। ਪਰਿਵਾਰ ਦੇ ਸੰਬੰਧ ਵਿੱਚ ਹੋਰ ਬਹੁਤਾ ਵੇਰਵਾ ਉਪਲਬਧ ਨਹੀਂ ਹੈ। ਆਪ ਸੰਸਕ੍ਰਿਤ, ਫਾਰਸੀ, ਹਿੰਦੀ, ਸੰਤ ਭਾਖਾ ਅਤੇ ਸੰਗੀਤ ਦੇ ਆਚਾਰੀਆ ਸਨ। ਕਾਂਚੀ ਦੇ ਨਜ਼ਦੀਕ ਇਹਨਾਂ ਦਾ ਜਨਮ ਮੰਨਿਆ ਜਾਂਦਾ ਹੈ। ਇਹਨਾਂ ਦਾ ਕਿੱਤਾ ਜੋ ਅਵਧ ਦੇ ਇਲਾਕੇ ਵਿੱਚ ਸੰਦੀਲਾ ਹੈ, ਉਸ ਦੇ ਇਹ ਹਾਕਮ ਸਨ। ਅਕਬਰ ਬਾਦਸ਼ਾਹ ਦੇ ਸਮੇਂ ਇਹਨਾਂ ਦਾ ਜੀਵਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1253 ਪੰਨੇ ਤੇ ਭਗਤ ਸੂਰਦਾਸ ਜੀ ਦੀ ਕੇਵਲ ਇੱਕ ਪੰਕਤੀ ਦਰਜ ਹੈ। ਇਸ ਤੋਂ ਇਲਾਵਾ ਸੂਰ ਸਾਗਰ ਗ੍ਰੰਥ ਵੀ ਇਹਨਾਂ ਦੀ ਰਚਨਾ ਮੰਨੀ ਜਾਂਦੀ ਹੈ। ਸੂਰਦਾਸ ਜੀ ਸ੍ਰੀ ਕ੍ਰਿਸ਼ਨ ਭਗਤੀ ਤੋਂ ਪ੍ਰੇਮ ਰੰਗ ਵਿੱਚ ਰੰਗੀਜ ਕੇ ਪ੍ਰਭੂ ਭਗਤੀ ਦੇ ਦਰਜੇ ਤੱਕ ਪੁੱਜੇ। ਭਰ ਜਵਾਨੀ ਦੀ ਉਮਰ ਤੱਕ ਆਪ ਇੱਕ ਉੱਚ ਕੋਟੀ ਦੇ ਵਿਦਵਾਨ ਅਤੇ ਸੰਗੀਤਕਾਰ ਬਣ ਚੁੱਕੇ ਸਨ। ਉੱਚ ਕੋਟੀ ਦੀ ਕਵਿਤਾ ਵੀ ਰਚਣ ਲੱਗ ਪਏ। ਚੜ੍ਹਦੀ ਜਵਾਨੀ ਵਿੱਚ ਸੁਚੱਜੀ ਕਵਿਤਾ ਦੀ ਮਧੁਰ ਧੁਨੀ ਵਿੱਚ ਸੰਗੀਤਕ ਰੰਗਣ, ਭਗਤੀ ਭਰਪੂਰ ਸੁਰ ਤਾਲ ਲੈ ਵਿੱਚ ਮਸਤੀ ਵਿੱਚ ਝੂਮ ਝੂਮ ਕੇ ਜਦੋਂ ਗਾਉਂਦੇ ਤਾਂ ਸੁਣਨ ਵਾਲੇ ਕੀਲੇ ਜਾਂਦੇ। ਅਕਬਰ ਬਾਦਸ਼ਾਹ ਨੇ ਆਪ ਨੂੰ ਅਵਧ ਦੇ ਇਲਾਕੇ ਸੰਦਿਆਲ ਦਾ ਹਾਕਮ ਥਾਪਿਆ। ਆਪ ਨੂੰ ਹਾਕਮ ਦੀਆਂ ਜ਼ਿੰਮੇਵਾਰੀਆਂ ਨੇ ਚਿੰਤਤ ਫਿਕਰਮੰਦ ਬਣਾ ਦਿੱਤਾ। ਆਪ ਅਜਿਹੇ ਬੰਧਨਾਂ ਵਿੱਚ ਵੱਜਣਾ ਨਹੀਂ ਸਨ ਚਾਹੁੰਦੇ। ਆਜ਼ਾਦ ਪੰਛੀ ਕਦੇ ਵੀ ਪਿੰਜਰੇ ਵਿੱਚ ਕੈਦ ਨਹੀਂ ਰਹਿ ਸਕਦਾ। ਦੂਸਰਾ, ਆਪ ਆਏ ਗਏ ਮਹਾਤਮਾਵਾਂ ਦੀ ਸੇਵਾ ਵਿੱਚ ਬਾਦਸ਼ਾਹ ਦਾ ਬਹੁਤ ਧਨ ਖਰਚ ਕਰ ਦਿੰਦੇ, ਜਿਸ ਕਾਰਨ ਜ਼ਰੂਰੀ ਸੀ ਕਿ ਹਿਸਾਬ ਵਿੱਚ ਘਾਟਾ ਪਵੇ। ਕਹਿੰਦੇ ਨੇ ਕਿ ਇੱਕ ਵਾਰ ਹਿਸਾਬ ਚੱਕ ਕੀਤਾ ਗਿਆ, ਘਾਟਾ ਨਿਕਲਣ ਤੇ ਆਪ ਨੂੰ ਕੈਦ ਕਰ ਲਿਆ। ਜਦੋਂ ਆਪ ਨੂੰ ਤਿਆਗ ਵੈਰਾਗ ਅਵਸਥਾ ਵਿੱਚ ਅਕਬਰ ਬਾਦਸ਼ਾਹ ਨੇ ਗਾਉਂਦਿਆਂ ਸੁਣਿਆ, ਭਗਤੀ ਭਰਪੂਰ ਭਜਨ ਸੁਣ ਕੇ ਪ੍ਰਸੰਨ ਹੋ ਕੇ ਜੋ ਪਹਿਲਾਂ ਮਦਨ ਮੋਹਨ ਇਹਨਾਂ ਦਾ ਨਾਮ ਸੀ, ਉਸ ਨੂੰ ਰਿਹਾ ਕਰ ਦਿੱਤਾ, ਭਾਵ ਸੂਰਦਾਸ ਜੀ ਨੂੰ ਰਿਹਾ ਕਰ ਦਿੱਤਾ ਅਤੇ ਆਖਿਆ ਕਿ ਮਦਨ ਮੋਹਨ, ਤੂੰ ਮੇਰੇ ਦਰਬਾਰੀ ਕਵੀਆਂ ਵਿੱਚ ਰਿਹਾ ਕਰ। ਪਰ ਸੂਰਦਾਸ ਜੀ, ਜਿਨ੍ਹਾਂ ਦਾ ਬਾਅਦ ਵਿੱਚ ਨਾਂ ਭਗਤ ਸੂਰਦਾਸ ਕਰਕੇ ਪ੍ਰਚਲਿਤ ਹੋਇਆ, ਉਹਨਾਂ ਇਹ ਗੱਲ ਵੀ ਪ੍ਰਵਾਨ ਨਾ ਕੀਤੀ ਅਤੇ ਨੌਕਰੀ ਤਿਆਗ ਦਿੱਤੀ। ਉਪਰਾਮਤਾ ਦੀ ਅਵਸਥਾ ਵਿੱਚ ਆਪ ਨਗਰ ਨਗਰ ਘੁੰਮਦੇ ਰਹੇ। ਇੱਕ ਜਵਾਨ ਮੁਟਿਆਰ ਦੀ ਸੁੰਦਰਤਾ ਨੇ ਮਦਨ ਮੋਹਨ ਭਾਵ ਸੂਰਦਾਸ ਜੀ ਦੇ ਮਨ ਨੂੰ ਸਰੀਰਕ ਸੁੰਦਰਤਾ ਵੱਲ ਪ੍ਰੇਰ ਲਿਆ। ਜਦੋਂ ਮਦਨ ਮੋਹਨ ਭਾਵ ਸੂਰਦਾਸ ਜੀ ਉਸ ਔਰਤ ਦੇ ਘਰ ਪੁੱਜੇ ਤਾਂ ਮਨ ਵਿੱਚ ਵਿਚਾਰਨ ਲੱਗੇ ਕਿ ਜਗਤ ਦੀ ਬੇਅੰਤ ਰਚਨਾ ਵਿੱਚ ਸੁੰਦਰ ਇਸਤਰੀਆਂ ਦੀ ਘਾਟ ਨਹੀਂ। ਕੱਲ ਨੂੰ ਇਸ ਔਰਤ ਤੋਂ ਵੀ ਸੁੰਦਰ ਔਰਤ ਸਾਹਮਣੇ ਆਈ। ਇਹ ਅੱਖਾਂ ਤੱਕਣਗੀਆਂ ਅਤੇ ਪਿਆਰ ਬੰਧਨ ਪਾ ਬੈਠਣਗੀਆਂ ਤੇ ਜੀਵਨ ਵਿਅਰਥ ਹੀ ਲੰਘ ਜਾਵੇਗਾ। ਪ੍ਰਭੂ ਕਿਰਪਾ ਨਾਲ ਸੂਰਦਾਸ ਜੀ ਦਾ ਮਨ ਵਿਸ਼ੇ ਵਿਕਾਰਾਂ ਦੇ ਭੈੜੇ ਸੰਕਲਪ ਤੋਂ ਉੱਪਰ ਉੱਠ ਗਿਆ। ਸਰੀਰਾਂ ਦੀ ਬਾਹਰਲੀ ਸੁੰਦਰਤਾ ਦੀ ਤਾਂ ਆਤਮਕ ਪ੍ਰਭੂ ਪ੍ਰੀਤ ਦੀ ਦ੍ਰਿੜ ਲਾਲਸਾ ਉਤਪੰਨ ਹੋਈ। ਉਪਰੋਕਤ ਵਿਚਾਰਾਂ ਅਧੀਨ ਸੂਰਦਾਸ ਜੀ ਨੇ ਆਖਿਆ ਕਿ ਇਹ ਸੁੰਦਰ ਮੁਟਿਆਰ 2 ਸਲਾਈਆਂ ਗਰਮ ਕਰਕੇ ਲਿਆ। ਉਹੀ ਮੁਟਿਆਰ ਕੁਝ ਸਮੇਂ ਪਿੱਛੋਂ ਸਲਾਈਆਂ ਗਰਮ ਕਰਕੇ ਲੈ ਆਈ। ਫਿਰ ਮਦਨ ਮੋਹਨ ਨੇ ਆਖਿਆ ਕਿ ਇਹ ਸਲਾਈਆਂ ਮੇਰੀਆਂ ਅੱਖਾਂ ਵਿੱਚ ਫੇਰ ਦੇ। ਉਹ ਮੁਟਿਆਰ ਤਾਂ ਨਾ ਮੰਨੀ, ਪਰ ਸੂਰਦਾਸ ਨੇ ਦੋਵੇਂ ਸਲਾਈਆਂ ਉਸ ਪਾਸੋਂ ਫੜੀਆਂ ਅਤੇ ਆਪਣੀਆਂ ਅੱਖਾਂ ਵਿੱਚ ਫੇਰ ਲਈਆਂ। ਅੱਖਾਂ ਦੀ ਜੋਤ ਜਾਂਦੀ ਰਹੀ। ਉਸ ਦਿਨ ਤੋਂ ਮਦਨ ਮੋਹਨ ਸੂਰਦਾਸ ਬਣ ਗਿਆ। ਪ੍ਰੀਤ ਵਿੱਚ ਸੂਰਦਾਸ ਵੈਰਾਗੀ ਮਤਵਾਲਾ ਗਵਈਆ ਬਣ ਗਿਆ। ਅੱਖਾਂ ਤੋਂ ਬਿਨਾਂ ਮੁਸਾਫਰ ਦੀ ਔਖਿਆਈ ਇੱਕ ਨੇਤਰਹੀਣ ਪੁਰਸ਼ ਹੀ ਮਹਿਸੂਸ ਕਰ ਸਕਦਾ ਹੈ। ਇੱਕ ਦਿਨ ਰਸਤੇ ਵਿੱਚ ਇੱਕ ਖੂਹ ਆ ਗਿਆ, ਜਿਸ ਦੀ ਮੌਣ ਟੁੱਟੀ ਹੋਈ ਸੀ। ਰਸਤੇ ਵਿੱਚ ਆਦਮੀ ਵੀ ਕੋਈ ਨਾ ਮਿਲਿਆ ਜਿਸ ਤੋਂ ਰਸਤੇ ਬਾਬਤ ਪੁੱਛਿਆ ਜਾਂਦਾ। ਹੱਥ ਵਿੱਚ ਟੋਹਣੀ ਲੈ ਕੇ ਪੈਰਾਂ ਦੇ ਆਸਰੇ ਟੁਰਦੇ ਗਏ। ਖੂਹ ਦੇ ਨੇੜੇ ਪੁੱਜ ਕੇ ਪੈਰ ਉਖੜ ਗਿਆ। ਸੂਰਦਾਸ ਜੀ ਖੂਹ ਵਿੱਚ ਡਿੱਗ ਪਏ। ਪਸ਼ੂ ਚਾਰਨ ਵਾਲੇ ਵੀ ਘਰਾਂ ਨੂੰ ਜਾ ਚੁੱਕੇ ਸਨ। ਸੰਧਿਆ ਹੋ ਚੁੱਕੀ ਸੀ। ਰਾਤ ਪੈ ਗਈ। ਨਾ ਕਿਸੇ ਵੇਖਿਆ, ਨਾ ਹੀ ਕਿਸੇ ਨੇ ਸੂਰਦਾਸ ਨੂੰ ਖੂਹ ਵਿੱਚੋਂ ਕੱਢਿਆ।
ਖੂਹ ਵਿੱਚ ਡਿੱਗਦਿਆਂ ਹੀ ਸੂਰਦਾਸ ਜੀ ਪ੍ਰਭੂ ਸਿਮਰਨ ਵਿੱਚ ਐਸੇ ਜੁੜੇ, ਪ੍ਰਭੂ ਕਿਰਪਾ ਨਾਲ ਪਾਣੀ ਥੋੜਾ ਸੀ, ਜਿਸ ਕਾਰਨ ਸੂਰਦਾਸ ਜੀ ਡੁੱਬੇ ਤਾਂ ਨਾ, ਰਾਤ ਭਰ ਖਲੋਤੇ ਰੱਬੀ ਰਜ਼ਾ ਵਿੱਚ ਪਰਮੇਸ਼ਰ ਦੀ ਬੰਦਗੀ ਵਿੱਚ ਮਗਨ ਰਹੇ। ਸਾਰੀ ਰਾਤ ਬਤੀਤ ਹੋ ਗਈ। ਦਿਨ ਚੜ੍ਹੇ। ਲਾਗਲੇ ਪਿੰਡ ਦੇ ਵਸਨੀਕ ਜਦੋਂ ਡੰਗਰ ਚਾਰਨ ਵਾਸਤੇ ਰਸਤੇ ਲਾਗਿਓ ਲੰਘੇ ਤਾਂ ਉਹਨਾਂ ਨੇ ਸ੍ਰੀ ਕ੍ਰਿਸ਼ਨ ਹਰੇ ਕ੍ਰਿਸ਼ਨ ਦੀ ਆਵਾਜ਼ ਸੁਣੀ। ਖੂਹ ਵਿੱਚ ਝਾਤ ਮਾਰੀ ਤਾਂ ਇੱਕ ਆਦਮੀ ਵੇਖਿਆ। ਪੁੱਛਿਆ, ਪਤਾ ਲੱਗਾ ਕਿ ਸੂਰਦਾਸ ਜੀ ਹਨ। ਕੁਝ ਲੋਕ ਦੌੜੇ ਦੌੜੇ ਨਗਰ ਨੂੰ ਗਏ। ਰੱਸੇ ਆਦਿਕ ਲਿਆਂਦੇ ਗਏ। ਬੜੇ ਅਦਬ ਨਾਲ ਸੂਰਦਾਸ ਜੀ ਨੂੰ ਖੂਹ ਵਿੱਚੋਂ ਕੱਢਿਆ। ਉਹਨਾਂ ਪ੍ਰੇਮੀ ਪੁਰਸ਼ਾਂ ਵਿੱਚੋਂ ਇੱਕ ਬੰਦੇ ਨੇ ਸੂਰਦਾਸ ਜੀ ਨੂੰ ਬਿੰਦਰਾਵਨ ਪਹੁੰਚਾ ਦਿੱਤਾ। ਇੱਕ ਦਿਨ ਨਦੀ ਕਿਨਾਰੇ ਬੈਠੇ ਬੈਰਾਗ ਬਿਰਹਾ ਭਰੇ ਗੀਤ ਗਾ ਰਹੇ ਸਨ ਕਿ ਬਲਭਾਚਾਰੀਆ ਜੀ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਉਹਨਾਂ ਮਿਹਰ ਕਰਕੇ ਸੂਰਦਾਸ ਨੂੰ ਆਪਣਾ ਸ਼ਿਸ਼ ਬਣਾ ਲਿਆ, ਗੁਰੂ ਦੀਖਿਆ ਦਿੱਤੀ ਤੇ ਨਾਲ ਹੀ ਆਸ਼ਰਮ ਵਿੱਚ ਲੈ ਗਏ, ਜਿੱਥੇ ਕ੍ਰਿਸ਼ਨ ਜੀ ਦੀ ਉਪਮਾ ਵਿੱਚ ਸੂਰਦਾਸ ਜੀ ਨੇ ਇੱਕ ਮਹਾਨ ਗ੍ਰੰਥ ਸੂਰ ਸਾਗਰ ਲਿਖਿਆ। ਆਪ ਜੀ ਸ੍ਰੀ ਕ੍ਰਿਸ਼ਨ ਭਗਤਾਂ ਵਿੱਚੋਂ ਇੱਕ ਮੰਨੇ ਪ੍ਰਮੰਨੇ ਭਗਤ ਹੋਏ। ਇੱਕ ਵੇਰਾ ਪ੍ਰਭੂ ਕਿਰਪਾ ਨਾਲ ਸੂਰਦਾਸ ਜੀ ਨੂੰ ਅੱਖਾਂ ਦੀ ਮੁੜ ਰੋਸ਼ਨੀ ਉਦੋਂ ਪ੍ਰਾਪਤ ਹੋਈ ਜਦੋਂ ਪ੍ਰਭੂ ਨੇ ਪ੍ਰਤੱਖ ਦਰਸ਼ਨ ਬਖਸ਼ਿਸ਼ ਕੀਤੇ। ਸੂਰਦਾਸ ਨੂੰ ਪ੍ਰਤੱਖ ਦਰਸ਼ਨਾਂ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ, ਪਰ ਸੂਰਦਾਸ ਜੀ ਨੇ ਬੇਨਤੀ ਕੀਤੀ ਕਿ हे ਪ੍ਰਭੂ ਜੀ, ਇਹਨਾਂ ਅੱਖਾਂ ਦਾ ਕੋਈ ਭਰੋਸਾ ਨਹੀਂ, ਕਿਸ ਵੇਲੇ ਇਹ ਦੁਨਿਆਵੀ ਰੂਪ ਤੇ ਮੋਹਿਤ ਹੋ ਜਾਣ, ਸੋ ਕਿਰਪਾ ਕਰੋ ਇਹਨਾਂ ਨੂੰ ਮੁੜ ਬੰਦ ਹੀ ਕਰ ਦਿਓ, ਕਿਉਂਕਿ ਦਾਸ ਆਪ ਜੀ ਤੋਂ ਬਿਨਾਂ ਹੋਰ ਕਿਸੇ ਦੇ ਦਰਸ਼ਨ ਨਹੀਂ ਕਰਨਾ ਚਾਹੁੰਦਾ। ਪ੍ਰਭੂ ਦੀ ਕਿਰਪਾ ਨਾਲ ਸੂਰਦਾਸ ਨਦਰੀ ਨਦਰ ਨਿਹਾਲ ਹੋ ਗਿਆ। ਭਗਤੀ ਦਾ ਰੰਗ ਦੂਣ ਸਵਾਇਆ ਵੱਧ ਗਿਆ। ਸੂਰਦਾਸ ਜੀ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਪਰ ਕਹਿੰਦੇ ਨੇ ਕਿ ਭਗਤ ਸੂਰਦਾਸ ਜੀ ਨੇ ਇੱਕੋ ਤੁਕ ਉਚਾਰੀ, ਛਾੜ ਮਨ ਹਰ ਬੇਮੁਖਨ ਕੋ ਸੰਗ, ਜੋ 1253 ਪੰਨੇ ਉੱਪਰ ਦਰਜ ਹੈ। ਇਸ ਤੋਂ ਬਾਅਦ ਸੂਰਦਾਸ ਜੀ ਦੀ ਸਮਾਧੀ ਲੱਗ ਗਈ। ਗੁਰੂ ਅਰਜਨ ਦੇਵ ਜੀ ਨੇ ਆਪ ਕਿਰਪਾ ਕਰਕੇ ਇਸ ਪੰਕਤੀ ਤੋਂ ਬਾਅਦ ਹੇਠ ਲਿਖਿਆ ਸ਼ਬਦ ਸੂਰਦਾਸ ਜੀ ਦੇ ਨਾਮ ਹੇਠ ਉਚਾਰ ਕੇ ਇਹਨਾਂ ਨੂੰ ਸਰੂਪਾ ਵਜੋਂ ਦਿੱਤਾ। ਉਹ ਸ਼ਬਦ ਇਸ ਪ੍ਰਕਾਰ ਹੈ: ਸਾਰੰਗ ਮਹੱਲਾ ਪੰਜਵਾਂ ਸੂਰਦਾਸ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਕੇ ਸੰਗ ਬਸੇ ਹਰ ਲੋਕ, ਤਨ ਮਨ ਅਰਪ ਸਰਬਸ ਸਭ ਅਰਪਿਓ, ਆਨੰਦ ਸਹਿਜ ਧੁਨ ਝੋਕ ਰਹਾਓ। ਦਰਸ਼ਨ ਪੇਖ ਭਏ ਨਿਰਭਿਖਈ, ਪਾਏ ਹੈ ਸਗਲੇ ਥੋਕ, ਆਨ ਬਸਤ ਸਿਉ ਕਾਜ ਨ ਕਛੁਐ, ਸੁੰਦਰ ਬਦਨ ਅਲੋਕ। ਸਿਆਮ ਸੁੰਦਰ ਤਜ ਆਨ ਜੋ ਚਾਹਤ, ਜਿਉ ਕੁਸ਼ਟੀ ਤਨ ਜੋਕ। ਸੂਰਦਾਸ ਮਨ ਪ੍ਰਭ ਹੱਥ ਲੀਨੋ, ਦੀਨੋ ਇਉ ਪਰਲੋ।